ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਦਾ ਯਾਤਰਾ ਬਾਰੇ ਐਲਾਨ, ਕੈਨੇਡਾ ਦੇ ਵਿੱਚ ਦਾਖਲੇ ਦੀ ਜਲਦ ਹੀ ਮਿਲ ਸਕਦੀ ਹੈ ਇਜਾਜ਼ਤ। ਸੜਕ ਹਾਦਸੇ ਦੇ ਵਿੱਚ 4 ਜਾਣਿਆਂ ਦੀ ਮੌਤ, ਮੁਸਲਮਾਨ ਹੋਣ ਤੇ ਬਣਾਇਆ ਗਿਆ ਨਿਸ਼ਾਨਾ। ਕੈਨੇਡਾ ਦੇ ਵਿੱਚ ਵਾਪਰੇ ਸੜਕ ਹਾਦਸੇ, ਇਹਨਾਂ ਸੜਕ ਹਾਦਸਿਆਂ ਦੇ ਵਿੱਚ 2 ਦੀ ਮੌਤ ਤੇ 2 ਜਾਣੇ ਜ਼ਖਮੀ। 2 ਡੋਜ਼ ਲਗਵਾਉਣ ਵਾਲਿਆਂ ਨੂੰ ਰਾਹਤ, ਹੁਣ ਯਾਤਰਾ ਸੰਬੰਧੀ ਮਿਲੇਗੀ ਢਿੱਲ। ਕੈਨੇਡਾ ਨੇ ਭਾਰਤ ਦੇ ਨਾਲ ਕੀਤੀਆਂ ਉਡਾਨਾਂ ਬੰਦ, ਭਾਰਤੀਆਂ ਨੇ ਕੈਨੇਡਾ ਜਾਣ ਦਾ ਲੱਭਿਆ ਨਵਾਂ ਰਾਹ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੱਲੀਆਂ ਗੋਲੀਆਂ, 1 ਬੱਚੇ ਸਮੇਤ 2 ਜਾਣੇ ਜ਼ਖਮੀ। ਕੈਨੇਡਾ ਦੀ 에ਅਰਲਾਈਨ ਨੇ ਕੀਤਾ ਐਲਾਨ, ਕੰਪਨੀ ਮੋੜੇਗੀ 2020 ਵਾਲਾ ਬੋਨਸ। ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਕਾਰਨ ਮਾਰਚ 2020 ਤੋਂ ਹੀ ਕੈਨੇਡਾ ਨੇ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਰੋਕ ਲਗਾ ਦਿੱਤੀ, ਪਰ ਹੁਣ ਕੈਨੇਡਾ ਦੇ ਵਿੱਚ ਯਾਤਰੀਆਂ ਨੂੰ ਇੱਕ ਵਾਰ ਫਿਰ ਤੋਂ ਇਜਾਜ਼ਤ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਈਵੈਂਟ ਦੇ ਵਿੱਚ ਬੋਲਦਿਆਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸੰਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਵਾਸਤੇ ਸ਼ਰਤ ਹੋਏਗੀ, ਸ਼ਰਤ ਇਹ ਕਿ ਕੈਨੇਡਾ ਦਾਖਲ ਹੋਣ ਵਾਲੀ ਯਾਤਰੀ ਦੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗੇ ਹੋਣੇ ਜ਼ਰੂਰੀ ਨੇ। ਇਹ ਡੋਜ਼ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੇ ਹੋਣੇ ਚਾਹੀਦੇ ਨੇ। ਯਾਤਰੀਆਂ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਐਲਾਨ, ਕੈਨੇਡਾ ਦੇ ਵਿੱਚ ਯਾਤਰੀਆਂ ਨੂੰ ਜਲਦ ਹੀ ਆਉਣ ਦੀ ਮਿਲ ਸਕਦੀ ਹੈ ਇਜਾਜ਼ਤ। ਇਸ ਬਾਰੇ ਤਿਆਰ ਕੀਤਾ ਜਾ ਰਿਹਾ ਹੈ ਪਲਾਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯਾਤਰਾ ਸੰਬੰਧੀ ਬੋਲਦਿਆਂ ਕਿਹਾ ਗਿਆ ਕਿ ਓਟਵਾ ਵੱਲੋਂ ਅੰਤਰਰਾਸ਼ਟਰੀ ਸੈਲਾਨੀਆਂ ਦੇ ਸਵਾਗਤ ਕਰਨ ਦੇ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ। ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਹੁਣ ਉਹਨਾਂ ਦਾ ਫੋਕਸ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਤੋਂ ਬਚਾਅ ਦਾ ਹੈ। 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਰੋਕ ਲਗਾਈ ਗਈ ਹੈ। ਇਸ ਦੇ ਨਾਲ ਹੀ ਭਾਰਤ ਅਤੇ UK ਦੇ ਵਿੱਚ ਜੋ ਵੇਰੀਐਂਟ ਪਾਇਆ ਗਿਆ, ਇੱਥੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਵੀ ਰੋਕ ਲਗਾਈ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹੁਣ ਵੈਕਸੀਨੇਸ਼ਨ ਦੇ ਨਾਲ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਤਰਾ ਸੰਬੰਧੀ ਕੈਨੇਡਾ ਦੇ ਵਿੱਚ ਢਿੱਲ ਦਿੱਤੀ ਜਾਵੇ। ਟਰੂਡੋ ਨੇ ਆਪਣੇ ਈਵੈਂਟ ਦੇ ਵਿੱਚ ਬੋਲਦਿਆਂ ਕਿਹਾ ਕਿ ਜਿਨ੍ਹਾਂ ਨੇ ਵੀ ਕੈਨੇਡਾ ਆਉਣਾ ਹੈ, ਉਹਨਾਂ ਦੇ ਲਈ ਜ਼ਰੂਰੀ ਹੋਵੇਗਾ ਕਿ ਉਹਨਾਂ ਨੇ ਵੈਕਸੀਨ ਦੇ ਦੋਨੋਂ ਡੋਜ਼ ਲਗਾਏ ਹੋਣ, ਕਿਉਂਕਿ ਦੇਸ਼ ਕੋਰੋਨਾ ਵਾਇਰਸ ਦੇ ਕਾਰਨ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸੰਬੰਧੀ ਹੁਣ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਯਾਤਰੀਆਂ ਨੂੰ ਵਾਪਸ ਦੇਸ਼ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਸਰਕਾਰ ਵੱਲੋਂ ਕੈਨੇਡਾ ਦੇ ਵਿੱਚ ਯਾਤਰੀਆਂ ਦੇ ਦਾਖਲੇ ਸੰਬੰਧੀ ਤਿਆਰੀ ਕੀਤੀ ਜਾ ਰਹੀ ਹੈ, ਪਰ ਇਹ ਇਜਾਜ਼ਤ ਕਦੋਂ ਦਿੱਤੀ ਜਾਵੇਗੀ, ਇਸ ਸੰਬੰਧੀ ਅਜੇ ਕੋਈ ਵੀ ਸਪਸ਼ਟ ਐਲਾਨ ਨਹੀਂ ਕੀਤਾ ਗਿਆ। ਸਰੀ ਦੇ ਗਿਲਫੋਰਡ ਦੇ ਵਿੱਚ ਇੱਕ ਹਾਦਸਾ ਵਾਪਰਿਆ, ਜਿਸ ਦੇ ਵਿੱਚ 1 ਦੀ ਮੌਤ ਹੋ ਗਈ ਅਤੇ 2 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਸਿੰਗਲ ਵਾਹਨ ਕ੍ਰੈਸ਼ ਦੀਆਂ ਖਬਰਾਂ ਪੁਲਿਸ ਨੂੰ ਮਿਲੀਆਂ, ਜਿਸ ਤੋਂ ਬਾਅਦ RCMP ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਜਾਣਕਾਰੀ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਜਿਹੜੇ 2 ਜਾਣੇ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਰੀ ਦੇ ਗਿਲਫੋਰਡ ਦੇ ਵਿੱਚ ਹਾਦਸਾ ਵਾਪਰਿਆ ਹੈ, ਜਿਸ ਦੇ ਵਿੱਚ 1 ਦੀ ਮੌਤ ਹੋ ਗਈ ਅਤੇ 2 ਜਾਣੇ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਸਵੇਰੇ 6:52 ਦੇ ਉੱਪਰ 108th ਐਵਨਿਊ ਦੇ ਉੱਪਰ ਵਾਪਰਿਆ। ਸਰੀ RCMP ਵੱਲੋਂ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ 1 ਦੀ ਮੌਤ ਘਟਨਾ ਵਾਲੀ ਥਾਂ ਦੇ ਉੱਪਰ ਹੋ ਗਈ। ਜਾਣਕਾਰੀ ਦੇ ਮੁਤਾਬਕ ਵਾਹਨ ਪੋਲ ਦੇ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ 2 ਜਾਣੇ ਜ਼ਖਮੀ ਅਤੇ 1 ਦੀ ਜਾਨ ਚਲੀ ਗਈ। ਇਸ ਘਟਨਾ ਦੇ ਵਿੱਚ ਜਿਹੜੇ 2 ਜਾਣੇ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹਨਾਂ 2 ਜਾਣਿਆਂ ਦੀ ਸਿਹਤ ਸੰਬੰਧੀ ਜਾਣਕਾਰੀ ਵੀ ਸਾਹਮਣੇ ਆਈ ਹੈ। 2 ਜਾਣਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਇਹਨਾਂ 2 ਜਾਣਿਆਂ ਨੂੰ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਆਈਆਂ ਸਨ। ਹੁਣ ਇਸ ਸੰਬੰਧੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਸਰੀ RCMP ਦੇ ਨਾਲ 6045990502 ਅਤੇ ਕ੍ਰਾਈਮ ਸਟਾਪਰਸ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਕਿ ਉਹਨਾਂ ਨੂੰ ਇਸ ਘਟਨਾ ਸੰਬੰਧੀ ਹੋਰ ਵੀ ਜਾਣਕਾਰੀ ਹਾਸਲ ਹੋ ਸਕੇ। ਬ੍ਰਿਟਿਸ਼ ਕੋਲੰਬੀਆ ਮੇਰਠ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਗੋਲੀਬਾਰੀ ਦੇ ਵਿੱਚ 1 ਬੱਚੇ ਸਮੇਤ 2 ਜਾਣੇ ਜ਼ਖਮੀ ਹੋਏ ਨੇ। ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਗਨ ਸ਼ਾਟ ਐਕਸਚੇਂਜ ਹੋਏ, ਜਿਸ ਦੌਰਾਨ ਇਹ ਦੋਨੋਂ ਜਾਣੇ ਜ਼ਖਮੀ ਹੋਏ। ਪੁਲਿਸ ਵੱਲੋਂ ਇੱਕ ਵਾਹਨ ਰੁਕਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਵਾਹਨ ਪੁਲਿਸ ਦੇ ਵਾਸਤੇ ਸਸਪੈਕਟ ਸੀ, ਜਿਸ ਤੋਂ ਬਾਅਦ ਜਦੋਂ ਇਸ ਵਾਹਨ ਦਾ ਪਿੱਛਾ ਕੀਤਾ ਗਿਆ ਤਾਂ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ।
ਸਰੀ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ 87 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਬਜ਼ੁਰਗ ਦੀ ਮੌਤ ਕਿਸੇ ਮੈਡੀਕਲ ਕਾਰਨ ਦੇ ਚੱਲਦਿਆਂ ਹੋਈ ਜਾਂ ਫਿਰ ਇਸ ਕ੍ਰੈਸ਼ ਦੇ ਕਾਰਨ ਉਸ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਵਾਹਨ ਬਹੁਤ ਜ਼ਿਆਦਾ ਨਹੀਂ ਨੁਕਸਾਨਿਆ ਗਿਆ ਪਰ ਇਸ ਦੇ ਵਿੱਚ ਮੌਜੂਦ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਦੁਪਹਿਰੇ 3:40 ਦੀ ਦੱਸੀ ਗਈ ਹੈ। ਇਸ ਸੰਬੰਧੀ ਜਾਣਕਾਰੀ ਨਿਊਜ਼ ਰਿਲੀਜ਼ ਦੇ ਵਿੱਚ ਦਿੱਤੀ ਗਈ। ਇਹ ਹਾਦਸਾ ਸਾਊਥ ਸਰੀ 152 ਸਟਰੀਟ ਦੇ 3900 ਬਲਾਕ ਦੇ ਉੱਪਰ ਵਾਪਰਿਆ ਜਿਸ ਦੇ ਵਿੱਚ ਬਜ਼ੁਰਗ ਡਰਾਈਵਰ ਦੀ ਜਾਨ ਚਲੀ ਗਈ। ਸ਼ੁਰੂਆਤੀ ਸਮੇਂ ਦੌਰਾਨ ਇੱਥੇ ਆਵਾਜਾਈ ਬੰਦ ਕੀਤੀ ਗਈ ਸੀ ਜਿੱਥੇ ਡਰਾਈਵਰਸ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਰਸਤੇ ਰਾਹੀਂ ਨਾ ਆਉਣ ਜਾਣ, ਪਰ ਕੁਝ ਸਮੇਂ ਬਾਅਦ ਹੀ ਇਸ ਨੂੰ ਆਵਾਜਾਈ ਦੇ ਵਾਸਤੇ ਖੋਲ੍ਹ ਦਿੱਤਾ ਗਿਆ। ਫਿਲਹਾਲ ਕਾਰਨਰ ਵੱਲੋਂ ਇਸ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਜੋ ਇਹ ਸਿੰਗਲ ਵਹੀਕਲ ਕ੍ਰੈਸ਼ ਹੋਇਆ ਹੈ ਉਸ ਦੇ ਵਿੱਚ ਮਰਨ ਵਾਲੇ ਬਜ਼ੁਰਗ ਦੀ ਮੌਤ ਦਾ ਕਾਰਨ ਕੀ ਹੈ। ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਗਏ ਉਹਨਾਂ ਨੂੰ ਹੁਣ ਯਾਤਰਾ ਸੰਬੰਧੀ ਰਾਹਤ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਨਨਾਵਤ ਨੇ ਐਲਾਨ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਵਾ ਲਏ ਨੇ, ਨਨਾਵਤ ਦੇ ਵਿੱਚ ਉਹ ਦਾਖਲ ਹੋ ਰਹੇ ਨੇ ਤਾਂ ਉਹਨਾਂ ਨੂੰ ਹੁਣ ਆਈਸੋਲੇਟ ਨਹੀਂ ਕਰਨਾ ਹੋਵੇਗਾ। ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾ ਲਏ ਨੇ ਉਹਨਾਂ ਨੂੰ ਯਾਤਰਾ ਸੰਬੰਧੀ ਹੁਣ ਕੁਝ ਢਿੱਲ ਦਿੱਤੀ ਜਾ ਰਹੀ ਹੈ। ਨਨਾਵਤ ਵੱਲੋਂ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਵਾਏ ਗਏ ਨੇ ਉਹਨਾਂ ਨੂੰ 14 ਦਿਨਾਂ ਦੇ ਵਾਸਤੇ ਸੈਲਫ ਆਈਸੋਲੇਟ ਨਹੀਂ ਕਰਨਾ ਪਵੇਗਾ। ਇਹ ਆਈਸੋਲੇਸ਼ਨ ਨਨਾਵਤ ਗਵਰਨਮੈਂਟ ਰਨ ਆਈਸੋਲੇਸ਼ਨ ਹੋਟਲਸ ਦੇ ਵਿੱਚ ਕਰਵਾਈ ਜਾਂਦੀ ਸੀ। ਹੁਣ ਜਿਨ੍ਹਾਂ ਨੇ ਕੋਵਿਡ ਦੇ ਦੋਨੋਂ ਡੋਜ਼ ਲਗਵਾ ਲਏ ਉਹਨਾਂ ਨੂੰ ਯਾਤਰਾ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਜਿੱਥੇ ਨਨਾਵਤ ਦਾਖਲ ਹੋਣ ਦੇ ਉੱਪਰ ਉਹਨਾਂ ਨੂੰ ਕੁਆਰੰਟਾਈਨ ਜਾਣੀ ਕਿ ਆਈਸੋਲੇਟ ਨਹੀਂ ਕਰਨਾ ਪਏਗਾ। ਇਸ ਦੀ ਸ਼ੁਰੂਆਤ ਜੂਨ 14 ਤੋਂ ਕੀਤੀ ਜਾ ਰਹੀ ਹੈ। ਇਸ ਦੇ ਵਾਸਤੇ ਹੁਣ ਕੋਵਿਡ-19 ਟੈਸਟ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਹੀ ਨਨਾਵਤ ਵੱਲੋਂ ਕੋਵਿਡ-19 ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ ਜਿੱਥੇ ਉਹਨਾਂ ਨੇ ਆਉਣ ਵਾਲੇ ਟਰੈਵਲਰਸ ਦੇ ਲਈ ਆਈਸੋਲੇਟ ਕਰਨਾ ਲਾਜ਼ਮੀ ਕੀਤਾ ਗਿਆ ਜੋ ਕਿ ਉਹਨਾਂ ਨੂੰ ਹੋਟਲ ਦੇ ਵਿੱਚ ਕਰਨਾ ਪੈਂਦਾ ਸੀ। ਇਸ ਸਭ ਦੀ ਜਾਣਕਾਰੀ ਨਨਾਵਤ ਚੀਫ ਪਬਲਿਕ ਹੈਲਥ ਆਫੀਸਰ ਵੱਲੋਂ ਦਿੱਤੀ ਗਈ ਹੈ। ਇਸ ਦੇ ਵਾਸਤੇ ਹੁਣ ਇਹ ਵੀ ਜ਼ਰੂਰੀ ਹੋਏਗਾ ਕਿ ਯਾਤਰੀ ਦਾਖਲੇ ਦੇ ਉੱਪਰ ਆਪਣੇ ਵੈਕਸੀਨ ਸੰਬੰਧੀ ਵੈਕਸੀਨ ਪ੍ਰੂਫ ਦਿਖਾਵੇ। ਇਸ ਤੋਂ ਇਲਾਵਾ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਨਹੀਂ ਲਗਵਾਏ ਉਹ ਨਨਾਵਤ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 14 ਦਿਨ ਦੇ ਵਾਸਤੇ ਆਈਸੋਲੇਟ ਕਰਨਾ ਹੋਵੇਗਾ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਵੱਖ-ਵੱਖ ਥਾਵਾਂ ਦੇ ਉੱਪਰ ਸਖਤੀਆਂ ਕੀਤੀਆਂ ਗਈਆਂ। ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਸੰਬੰਧੀ ਵੀ ਕਈ ਪਾਬੰਦੀਆਂ ਲਗਾਈਆਂ ਗਈਆਂ ਪਰ ਹੁਣ ਜਿਨ੍ਹਾਂ ਵੱਲੋਂ ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਜਾ ਰਹੇ ਨੇ ਉਹਨਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਤੇ ਡੈਲਟਾ ਵੇਰੀਐਂਟ ਦੇ ਫੈਲਾਅ ਤੋਂ ਬਾਅਦ ਕੈਨੇਡਾ ਨੇ ਉਡਾਨਾਂ ਸੰਬੰਧੀ ਫੈਸਲਾ ਲਿਆ ਜਿੱਥੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ। ਹੁਣ ਜਿਹੜੇ ਭਾਰਤ ਤੋਂ ਜਾਣ ਵਾਲੇ ਯਾਤਰੀ ਨੇ ਖਾਸ ਤੌਰ ਦੇ ਉੱਪਰ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਨੇ ਕੈਨੇਡਾ ਦਾਖਲ ਹੋਣ ਦੇ ਵਾਸਤੇ ਇੱਕ ਨਵਾਂ ਤਰੀਕਾ ਲੱਭ ਲਿਆ। ਇਸ ਦੇ ਵਾਸਤੇ ਉਹਨਾਂ ਨੂੰ ਖਰਚਾ ਜ਼ਿਆਦਾ ਆ ਰਿਹਾ ਪਰ ਫਿਰ ਵੀ ਉਹਨਾਂ ਵੱਲੋਂ ਕਿਸੇ ਹੋਰ ਰਸਤੇ ਦੇ ਰਾਹੀਂ ਕੈਨੇਡਾ ਦਾਖਲ ਹੋਇਆ ਜਾ ਰਿਹਾ। ਕਿਸ ਰਸਤੇ ਦੇ ਰਾਹੀਂ ਇਹ ਯਾਤਰੀ ਤੇ ਇੰਟਰਨੈਸ਼ਨਲ ਸਟੂਡੈਂਟਸ ਦਾਖਲ ਹੁੰਦੇ ਨੇ ਦੱਸਾਂਗੇ ਇਸ ਖਬਰ ਦੇ ਵਿੱਚ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਤੇ ਜੋ ਡੈਲਟਾ ਵੇਰੀਐਂਟ ਫੈਲਿਆ ਹੋਇਆ ਹੈ ਉਸ ਦੇ ਕਾਰਨ ਕੈਨੇਡਾ ਵੱਲੋਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ। ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਫਲਾਈਟਾਂ ਦੇ ਉੱਪਰ ਰੋਕ ਲਗਾਈ ਗਈ ਪਰ ਦੂਜੇ ਪਾਸੇ ਇੰਡੀਅਨ ਪੈਸੇਂਜਰ ਅਤੇ ਵਿਦਿਆਰਥੀ ਅਜਿਹੇ ਨੇ ਜਿਹੜੇ ਕੈਨੇਡਾ ਅਤੇ ਹੋਰ ਵੀ ਕਈ 에ਅਰਪੋਰਟਸ ਦੇ ਰਾਹੀਂ ਕੈਨੇਡਾ ਦਾਖਲ ਹੋ ਰਹੇ ਨੇ। ਭਾਰਤ ਤੋਂ ਆਉਣ ਵਾਲੇ ਯਾਤਰੀਆਂ ਵੱਲੋਂ ਮਸਕਟ, ਮੈਕਸੀਕੋ ਸਿਟੀ ਅਤੇ ਹੋਰ ਵੱਖ-ਵੱਖ ਪੁਆਇੰਟਸ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲਾ ਲਿਆ ਜਾ ਰਿਹਾ ਹੈ। ਭਾਰਤ ਤੋਂ ਆਉਣ ਵਾਲੇ ਇਹਨਾਂ ਵਿਦਿਆਰਥੀਆਂ ਵੱਲੋਂ ਵਨ ਵੇ ਟਿਕਟ ਦੇ ਲਈ $4000 ਖਰਚ ਕੀਤੇ ਜਾ ਰਹੇ ਨੇ। ਇਹ ਵਿਦਿਆਰਥੀ ਕੈਨੇਡਾ ਦੇ ਵਿੱਚ ਦੋਹਾ ਐਂਡ ਐਡਿਸ ਅਬਾਬਾ ਦੇ ਰਾਹੀਂ ਦਾਖਲ ਹੋ ਰਹੇ ਨੇ। ਭਾਰਤ ਤੋਂ ਆਉਣ ਵਾਲੇ ਯਾਤਰੀਆਂ ਵੱਲੋਂ ਖਾਸ ਤੌਰ ਦੇ ਉੱਪਰ ਇਹਨਾਂ 에ਅਰਪੋਰਟਸ ਦੇ ਰਾਹੀਂ ਕੈਨੇਡਾ ਦੇ ਵਿੱਚ ਐਂਟਰੀ ਲਈ ਜਾ ਰਹੀ ਹੈ। ਭਾਰਤੀਆਂ ਵੱਲੋਂ ਯੂਰਪ ਦੇ ਰਾਹੀਂ ਮੈਕਸੀਕੋ ਸਿਟੀ ਦੇ ਵਿੱਚ ਦਾਖਲ ਹੋਇਆ ਜਾ ਰਿਹਾ ਹੈ। ਇੱਥੇ 2 ਦਿਨ ਦੇ ਸਟੇ ਤੋਂ ਬਾਅਦ ਉਹ ਆਪਣਾ ਕੋਵਿਡ ਟੈਸਟ ਕਰਾਉਂਦੇ ਨੇ ਤੇ ਫਿਰ ਟੋਰਾਂਟੋ ਫਲਾਈਟ ਦੇ ਰਾਹੀਂ ਲੈਂਡ ਹੁੰਦੇ ਹਨ। ਜਿਹੜੇ ਵਿਦਿਆਰਥੀ ਜਾਂ ਫਿਰ ਟਰੈਵਲਰਸ ਮਸਕਟ ਦੇ ਰਾਹੀਂ ਆਉਂਦੇ ਨੇ ਉਹਨਾਂ ਨੂੰ 14 ਘੰਟੇ ਦੇ ਵਾਸਤੇ ਰੁਕਣਾ ਪੈਂਦਾ ਹੈ ਜਿੱਥੇ ਕੋਵਿਡ-19 ਟੈਸਟ ਕਰਾਉਣ ਤੋਂ ਬਾਅਦ ਉਹ ਆਪਣੀ ਅਗਲੀ ਉਡਾਨ ਲੈ ਸਕਦੇ ਨੇ। ਕੈਨੇਡਾ ਵੱਲੋਂ ਤਾਂ ਭਾਰਤ ਦੇ ਨਾਲ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ।
ਪਰ ਭਾਰਤ ਤੋਂ ਕੈਨੇਡਾ ਦਾਖਲ ਹੋਣ ਵਾਲੀ ਯਾਤਰੀ ਅਤੇ ਇੰਟਰਨੈਸ਼ਨਲ ਸਟੂਡੈਂਟਸ ਵੱਖ-ਵੱਖ ਹੋਰ ਰਸਤਿਆਂ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ, ਜਿਸ ਦੇ ਕਰਕੇ ਉਹਨਾਂ ਨੂੰ ਵਨ ਵੇ $4,000 ਦਾ ਖਰਚਾ ਪੈ ਰਿਹਾ ਹੈ। ਸਰੀ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਾਹਨ ਹਾਦਸਾਗ੍ਰਸਤ ਹੋਇਆ। ਇਸ ਦੇ ਵਿੱਚ ਜੋ ਇੱਕ ਬਜ਼ੁਰਗ ਮੌਜੂਦ ਸੀ ਉਸ ਦੀ ਮੌਤ ਹੋ ਗਈ। ਹੁਣ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬਜ਼ੁਰਗ ਦੀ ਮੌਤ ਕਿਸੇ ਮੈਡੀਕਲ ਕਾਰਨ ਦੀ ਹੋਈ ਹੈ ਜਾਂ ਫਿਰ ਇਸ ਹਾਦਸੇ ਦੇ ਕਾਰਨ ਹੋਈ ਹੈ। RCMP ਵਾਚਡੌਗ ਵੱਲੋਂ 2 ਜ਼ਖਮੀ ਵਿਅਕਤੀਆਂ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਮੈਰਿਟ ਦੇ ਵਿੱਚ ਗੋਲੀਆਂ ਲੱਗਣ ਦੇ ਕਾਰਨ ਇਹ 2 ਜਾਣੇ ਜ਼ਖਮੀ ਹੋਏ ਹਨ। ਇਹਨਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਜੋ ਇੰਜਰਡ ਹੋਇਆ। ਇਸ ਬੱਚੇ ਦੀ ਉਮਰ 12 ਸਾਲ ਦੇ ਨੇੜੇ ਦੱਸੀ ਗਈ ਹੈ। ਫਿਲਹਾਲ ਦੋਹਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫੀਸਰਸ ਵੱਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦੀ ਜਾਣਕਾਰੀ ਦੇ ਮੁਤਾਬਕ ਕਿਸੇ ਹੋਰ ਨੂੰ ਵੀ ਕੋਈ ਸੱਟਾਂ ਨਹੀਂ ਆਈਆਂ, ਜਾਣੀ ਕਿ ਕੋਈ ਹੋਰ ਇਸ ਘਟਨਾ ਦੇ ਵਿੱਚ ਜ਼ਖਮੀ ਨਹੀਂ ਹੋਇਆ। ਪੁਲਿਸ ਮੁਤਾਬਕ 6 ਜੂਨ ਦੁਪਹਿਰੇ 3:50 ਦੇ ਉੱਪਰ ਮੈਰਿਟ RCMP ਵੱਲੋਂ ਚਿੱਟੇ ਰੰਗ ਦੇ ਫੋਰਡ F350 ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਸਟੋਲਨ ਪ੍ਰਾਪਰਟੀ ਫਾਈਲ ਦੇ ਨਾਲ ਜੁੜਿਆ ਹੋਇਆ ਦੱਸਿਆ ਗਿਆ। ਫਿਰ 5:30 ਦੇ ਉੱਪਰ ਇੱਕ ਵਾਰ ਫਿਰ ਤੋਂ ਸਸਪੈਕਟ ਵਾਹਨ ਨੂੰ ਮੈਰਿਟ ਤੋਂ 5 ਕਿਲੋਮੀਟਰ ਦੂਰ ਪਾਇਆ ਗਿਆ, ਜੋ ਕਿ ਹਾਈਵੇ 5A ਦੇ ਉੱਪਰ ਸੀ। ਇਸ ਦੌਰਾਨ ਟਰੱਕ ਦੇ ਨਾਲ ਟ੍ਰੇਲਰ ਨਹੀਂ ਸੀ। ਇਸ ਤੋਂ ਬਾਅਦ ਇਹ ਵਾਹਨ ਹਾਈਵੇ 8 ਸਨੇਕ ਰੋਡ ਅਤੇ ਹਾਈਵੇ 97C ਦੇ ਨੇੜੇ ਤੱਕ ਟਰੈਵਲ ਕਰਦਾ ਰਿਹਾ। ਇਸ ਦੌਰਾਨ ਸਸਪੈਕਟ ਅਤੇ ਪੁਲਿਸ ਦੇ ਵਿੱਚ ਗਨ ਸ਼ਾਟ ਐਕਸਚੇਂਜ ਹੋਏ, ਜਿਸ ਦੀ ਜਾਣਕਾਰੀ RCMP ਨੇ ਸਾਂਝੀ ਕੀਤੀ। ਇਸ ਵਾਹਨ ਦੇ ਅੰਦਰ 2 ਜਾਣੇ ਮੌਜੂਦ ਸਨ। ਇਸ ਸਭ ਤੋਂ ਬਾਅਦ IIOBC ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ। ਏਅਰ ਕੈਨੇਡਾ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ 2020 ਦੇ ਵਿੱਚ ਬੋਨਸ ਮਿਲਿਆ ਉਹ ਵਾਪਸ ਕੀਤਾ ਜਾਵੇਗਾ। ਏਅਰਲਾਈਨ ਵੱਲੋਂ ਦੱਸਿਆ ਗਿਆ ਹੈ ਸੀਨੀਅਰ ਐਗਜ਼ੀਕਿਊਟਿਵਸ ਨੂੰ ਜੋ 2020 ਦੇ ਦੌਰਾਨ ਬੋਨਸ ਮਿਲਿਆ ਉਹ ਹੁਣ ਉਹਨਾਂ ਵੱਲੋਂ ਵਾਪਸ ਕੀਤਾ ਜਾਵੇਗਾ। ਪਬਲਿਕ ਡਿਸਅਪਾਇੰਟਮੈਂਟ ਤੋਂ ਬਾਅਦ ਇਹ ਫੈਸਲਾ ਏਅਰਲਾਈਨ ਨੇ ਲਿਆ ਹੈ। ਏਅਰ ਕੈਨੇਡਾ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਏਅਰਲਾਈਨ ਦੇ ਸੀਨੀਅਰ ਐਗਜ਼ੀਕਿਊਟਿਵ 2020 ਦਾ ਬੋਨਸ ਕੰਪਨੀ ਨੂੰ ਵਾਪਸ ਕਰਨਗੇ। ਪਬਲਿਕ ਡਿਸਅਪਾਇੰਟਮੈਂਟ ਤੋਂ ਬਾਅਦ ਸੀਨੀਅਰ ਐਗਜ਼ੀਕਿਊਟਿਵਸ ਦੇ ਵੱਲੋਂ ਹੁਣ 2020 ਦਾ ਬੋਨਸ ਵਾਪਸ ਕੀਤਾ ਜਾਵੇਗਾ। ਕੰਪਨੀ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਤੇ CEO ਵੱਲੋਂ ਆਪਣੇ ਤੌਰ ਦੇ ਉੱਪਰ ਬੋਨਸ ਅਤੇ ਸ਼ੇਅਰ ਐਪਰੀਸ਼ੀਏਸ਼ਨ ਯੂਨਿਟ ਰਿਟਰਨ ਜਾਨੀ ਵਾਪਸ ਕਰਨ ਦਾ ਫੈਸਲਾ ਲਿਆ ਹੈ। ਏਅਰਲਾਈਨ ਦੇ ਸਾਬਕਾ ਪ੍ਰੈਜ਼ੀਡੈਂਟ ਅਤੇ CEO ਜੋ ਕਿ ਫਰਵਰੀ 2021 ਦੇ ਵਿੱਚ ਸੇਵਾ ਮੁਕਤ ਹੋਏ ਹਨ, ਉਹਨਾਂ ਵੱਲੋਂ ਵੀ ਆਪਣਾ ਸ਼ੇਅਰ ਵਾਪਸ ਜਾਣੀ ਕਿ ਬੋਨਸ ਵਾਪਸ ਦਿੱਤਾ ਜਾਵੇਗਾ। ਇਹਨਾਂ ਦੇ ਵਿੱਚ ਮਿਡਲ ਮੈਨੇਜਰਸ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ $8 ਮਿਲੀਅਨ ਤੋਂ ਵੱਧ ਦਾ ਬੋਨਸ ਮਿਲਿਆ। ਜ਼ਿਕਰਯੋਗ ਹੈ ਕਿ ਪਿਛਲੇ ਸੋਮਵਾਰ ਏਅਰਲਾਈਨ ਨੇ ਆਪਣੀ ਐਨੂਅਲ ਪ੍ਰੌਕਸੀ ਸਰਕੂਲਰ ਸਾਂਝੀ ਕੀਤੀ, ਜਿਸ ਦੇ ਵਿੱਚ ਬੋਨਸ ਬਾਰੇ ਵੀ ਪਤਾ ਚੱਲਿਆ। ਦੱਸਣਾ ਬਣਦਾ ਹੈ ਕਿ ਅਪ੍ਰੈਲ ਮਹੀਨੇ ਏਅਰਲਾਈਨ ਅਤੇ ਸਰਕਾਰ ਵੱਲੋਂ $5.9 ਬਿਲੀਅਨ ਦੇ ਲੋਨ ਪੈਕੇਜ ਦੇ ਉੱਪਰ ਸਮਝੌਤਾ ਕੀਤਾ ਗਿਆ। ਇਸ ਦੇ ਰਾਹੀਂ ਏਅਰਲਾਈਨ ਕੰਪਨੀ ਵੱਲੋਂ ਉਹਨਾਂ ਯਾਤਰੀਆਂ ਨੂੰ ਰੀਫੰਡ ਵੀ ਦਿੱਤਾ ਜਾਣਾ ਸੀ, ਜਿਨ੍ਹਾਂ ਦੀ ਕੋਰੋਨਾ ਵਾਇਰਸ ਦੇ ਚੱਲਦਿਆਂ ਉਡਾਨ ਰੱਦ ਹੋ ਗਈ। ਕੰਪਨੀ ਦੀ ਐਨੂਅਲ ਪ੍ਰੌਕਸੀ ਸਰਕੂਲਰ ਤੋਂ ਜਦੋਂ ਬੋਨਸ ਬਾਰੇ ਪਤਾ ਚੱਲਿਆ ਤੇ ਉਸ ਤੋਂ ਬਾਅਦ ਪਬਲਿਕ ਡਿਸਅਪਾਇੰਟਮੈਂਟ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਹੁਣ ਏਅਰਲਾਈਨ ਦਾ ਕਹਿਣਾ ਹੈ ਕਿ 2020 ਵਾਲਾ ਬੋਨਸ ਵਾਪਸ ਦਿੱਤਾ ਜਾਵੇਗਾ। ਦੱਸ ਦਈਏ ਕਿ ਸਾਬਕਾ ਏਅਰ ਕੈਨੇਡਾ ਪ੍ਰੈਜ਼ੀਡੈਂਟ ਅਤੇ CEO ਨੇ ਐਲਾਨ ਕੀਤਾ ਹੈ ਕਿ ਉਹ ਆਪਣਾ 2020 ਬੋਨਸ ਅਤੇ ਸ਼ੇਅਰ ਯੂਨਿਟ ਏਅਰ ਕੈਨੇਡਾ ਫਾਊਂਡੇਸ਼ਨ ਨੂੰ ਦਾਨ ਕਰਨਗੇ। ਮੋਡਰਨਾ ਫਾਰਮਾਸਿਊਟੀਕਲ ਕੰਪਨੀ ਵੱਲੋਂ ਹੈਲਥ ਕੈਨੇਡਾ ਕੋਲੋਂ ਇੱਕ ਉਮੀਦ ਕੀਤੀ ਜਾ ਰਹੀ ਹੈ। ਫਾਰਮਾਸਿਊਟੀਕਲ ਕੰਪਨੀ ਦਾ ਦਾਅਵਾ ਹੈ ਕਿ ਉਹਨਾਂ ਦਾ ਟੀਕਾ 12 ਤੋਂ 17 ਸਾਲ ਵਾਲਿਆਂ ਦੇ ਉੱਪਰ ਵੀ ਅਸਰਦਾਰ ਤੇ ਸੁਰੱਖਿਅਤ ਹੈ। ਇਸ ਦੇ ਨਾਲ ਸੰਬੰਧਿਤ ਕੰਪਨੀ ਵੱਲੋਂ ਟ੍ਰਾਇਲ ਕਰਵਾਇਆ ਗਿਆ, ਜਿਸ ਦੇ ਵਿੱਚ ਸਾਹਮਣੇ ਆਇਆ ਕਿ 12 ਤੋਂ 17 ਸਾਲ ਵਾਲਿਆਂ ਦੇ ਲਈ ਵੀ ਟੀਕਾ ਪੂਰੀ ਤਰ੍ਹਾਂ ਦੇ ਨਾਲ ਸੇਫ ਹੈ। ਹੁਣ ਉਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਲਦ ਹੀ ਹੈਲਥ ਕੈਨੇਡਾ ਇਸ ਉਮਰ ਵਰਗ ਦੇ ਲਈ ਟੀਕੇ ਨੂੰ ਹਰੀ ਝੰਡੀ ਦੇ ਸਕਦਾ ਹੈ। ਮੋਡਰਨਾ ਵੈਕਸੀਨ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੱਲੋਂ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਇਸ ਟੀਕੇ ਨੂੰ ਹਰੀ ਝੰਡੀ ਦਿੱਤੀ ਜਾਵੇ। ਮੋਡਰਨਾ ਵੱਲੋਂ ਹੈਲਥ ਕੈਨੇਡਾ ਨੂੰ ਕਿਹਾ ਗਿਆ ਕਿ ਇਸ ਵੈਕਸੀਨ ਨੂੰ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰ ਕਿਸੇ ਨੂੰ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਇਸ ਵੈਕਸੀਨ ਵੱਲੋਂ ਸਟੱਡੀ ਕਰਵਾਈ ਗਈ ਜਿਸ ਦੇ ਵਿੱਚ ਬੱਚਿਆਂ ਦੇ ਉੱਪਰ ਵੀ ਇਹ ਟੀਕਾ ਸੁਰੱਖਿਅਤ ਪਾਇਆ ਗਿਆ। ਹੁਣ ਇਸ ਸਭ ਤੋਂ ਬਾਅਦ ਹੈਲਥ ਕੈਨੇਡਾ ਦਾ ਅਪਰੂਵਲ ਆਉਣਾ ਬਾਕੀ ਹੈ। ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਹੈਲਥ ਕੈਨੇਡਾ ਨੂੰ ਆਪਣਾ ਸਾਰਾ ਡਾਟਾ ਜਮ੍ਹਾਂ ਕਰਵਾ ਦਿੱਤਾ ਹੈ। ਉਹਨਾਂ ਦੱਸਿਆ ਕਿ ਇਹ ਵੈਕਸੀਨ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੋਡਰਨਾ ਵੱਲੋਂ 2500 ਦੇ ਕਰੀਬ ਐਡੋਲਸੈਂਟਸ ਦੇ ਉੱਪਰ ਸਟੱਡੀ ਕੀਤੀ ਗਈ ਜਿਸ ਦੇ ਵਿੱਚ ਇਹ ਟੀਕਾ ਉਹਨਾਂ ਦੇ ਉੱਪਰ ਪੂਰੀ ਤਰ੍ਹਾਂ ਸੇਫ ਪਾਇਆ ਗਿਆ। ਹੁਣ ਇਹ ਹੈਲਥ ਕੈਨੇਡਾ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਕੈਨੇਡਾ ਦੇ ਵਿੱਚ 12 ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਉੱਪਰ ਇਹ ਵੈਕਸੀਨ ਦੇ ਲਈ ਮਨਜ਼ੂਰੀ ਦੇਣਗੇ ਜਾਂ ਫਿਰ ਨਹੀਂ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਫਾਈਜ਼ਰ ਵੈਕਸੀਨ ਨੂੰ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਸੁਰੱਖਿਅਤ ਪਾਇਆ ਗਿਆ। ਕੈਨੇਡਾ ਦੇ ਵਿੱਚ ਇਸ ਵਰਗ ਦੇ ਨਾਲ ਜੁੜੇ ਹੋਇਆਂ ਨੂੰ ਕੋਵਿਡ-19 ਵੈਕਸੀਨ ਫਾਈਜ਼ਰ ਲਗਾਈ ਜਾ ਰਹੀ ਹੈ। ਹੁਣ ਤੱਕ ਕੈਨੇਡਾ ਦੇ ਵਿੱਚ 70% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਲੱਗ ਚੁੱਕਿਆ ਹੈ ਤੇ ਹੁਣ ਜ਼ਿਆਦਾ ਤੋਂ ਜ਼ਿਆਦਾ ਆਬਾਦੀ ਨੂੰ ਕੋਵਿਡ-19 ਵੈਕਸੀਨ ਜਲਦ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਲੰਡਨ ਓਨਟਾਰੀਓ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਹਾਦਸੇ ਦੇ ਵਿੱਚ 4 ਜਾਣਿਆਂ ਦੀ ਜਾਨ ਚਲੀ ਗਈ ਅਤੇ 1 ਜ਼ਖਮੀ ਹੈ। ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਜਿੱਥੇ ਉਹਨਾਂ ਨੇ ਇਸ ਨੂੰ ਟਾਰਗੇਟਡ ਦੱਸਿਆ ਕਿਉਂਕਿ ਇਹ ਮੁਸਲਿਮ ਸਨ, ਇਸ ਕਰਕੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਹਿਣਾ ਹੈ ਪੁਲਿਸ ਦਾ। ਦੱਸ ਦਈਏ ਕਿ 4 ਜਾਣਿਆਂ ਦੀ ਮੌਤ ਹੋ ਗਈ ਤੇ 1 ਬੱਚਾ ਇਸ ਦੇ ਵਿੱਚ ਸਰਵਾਈਵ ਕੀਤਾ ਜਿਸ ਦੀ ਜਾਨ ਬਚ ਗਈ। ਫਿਲਹਾਲ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਲੰਡਨ ਓਨਟਾਰੀਓ ਤੋਂ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮੁਸਲਿਮ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾ ਸੰਬੰਧੀ ਕਤਲ ਦੇ ਦੋਸ਼ ਹੇਠ ਡਰਾਈਵਰ ਨੂੰ ਚਾਰਜ ਕੀਤਾ ਗਿਆ। ਜਿਸ ਲੜਕੇ ਨੂੰ ਇਸ ਘਟਨਾ ਦੇ ਚੱਲਦਿਆਂ ਚਾਰਜ ਕੀਤਾ ਗਿਆ ਉਸ ਦੀ ਉਮਰ 20 ਸਾਲ ਦੱਸੀ ਗਈ ਹੈ। ਇਸ ਦੇ ਉੱਪਰ ਮਰਡਰ ਦੇ ਨਾਲ ਸੰਬੰਧਿਤ 4 ਕਾਊਂਟ ਅਤੇ ਮਰਡਰ ਦੀ ਕੋਸ਼ਿਸ਼ ਦੇ ਵਿੱਚ ਹਿੱਟ ਐਂਡ ਰਨ ਦੇ ਸੰਬੰਧੀ 1 ਕਾਊਂਟ ਲਗਾਇਆ ਗਿਆ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਇੱਕ ਟਾਰਗੇਟਡ ਮਾਮਲਾ ਹੈ ਜਿੱਥੇ ਮੁਸਲਿਮ ਪਰਿਵਾਰ ਦੇ 5 ਜਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ 20 ਸਾਲਾ ਨਥਨੈਲ ਦੇ ਉੱਪਰ ਟੈਰਰਿਜ਼ਮ ਚਾਰजेस ਵੀ ਲੱਗ ਸਕਦੇ ਨੇ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਸਬੂਤ ਨੇ ਕਿ ਇਹ ਮਾਮਲਾ ਟਾਰਗੇਟਡ ਹੈ ਤੇ ਇਸ ਪਰਿਵਾਰ ਨੂੰ ਮੁਸਲਿਮ ਹੋਣ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ। ਇਹ ਘਟਨਾ ਨਾਰਥ ਵੈਸਟ ਲੰਡਨ ਦੇ ਵਿੱਚ 8:40 ਦੇ ਉੱਪਰ ਵਾਪਰੀ। ਇਸ ਘਟਨਾ ਦੇ ਵਿੱਚ 4 ਜਾਣਿਆਂ ਦੀ ਜਾਨ ਚਲੀ ਗਈ ਜਿਨ੍ਹਾਂ ਦੇ ਵਿੱਚ ਇੱਕ 74 ਸਾਲਾ ਔਰਤ, 46 ਸਾਲਾ ਵਿਅਕਤੀ, 44 ਸਾਲਾ ਔਰਤ ਅਤੇ 15 ਸਾਲਾ ਲੜਕੀ ਸ਼ਾਮਲ ਹੈ ਜਿਨ੍ਹਾਂ ਦੀ ਜਾਨ ਚਲੀ ਗਈ। ਆਫੀਸ਼ੀਅਲਸ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਇੱਕ 9 ਸਾਲਾ ਲੜਕੇ ਦੀ ਜਾਨ ਬਚੀ ਹੈ ਜਿਸ ਨੂੰ ਸੀਰੀਅਸ ਇੰਜਰੀਜ਼ ਦੇ ਚੱਲਦਿਆਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲੰਡਨ ਲਾਇਰ ਐਂਡ ਰਿਪਰੈਜ਼ੈਂਟੇਟਿਵ ਆਫ ਮੁਸਲਿਮ ਕਮਿਊਨਿਟੀ ਵੱਲੋਂ ਕਿਹਾ ਗਿਆ ਕਿ ਇਹਨਾਂ ਸਭ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਮੁਸਲਿਮ ਸਨ। ਜਿਸ 20 ਸਾਲਾ ਲੜਕੇ ਨੂੰ ਇਸ ਘਟਨਾ ਸੰਬੰਧੀ ਚਾਰਜ ਕੀਤਾ ਗਿਆ ਉਸ ਦਾ ਪਹਿਲਾਂ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ। ਇਸ ਲੜਕੇ ਨੂੰ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਦੇ ਉੱਪਰ ਹੀ ਗ੍ਰਿਫਤਾਰ ਕੀਤਾ ਗਿਆ। ਓਨਟਾਰੀਓ ਦੇ ਵਿੱਚ ਕੋਵਿਡ-19 ਮਾਮਲਿਆਂ ਦੀ ਰਫ਼ਤਾਰ ਘੱਟ ਹੋ ਰਹੀ ਹੈ। ਹੁਣ ਇੱਥੇ ਕੋਵਿਡ-19 ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਰੀਓਪਨਿੰਗ ਦੇ ਲਈ ਜਿਹੜਾ ਪਲਾਨ ਸਾਂਝਾ ਕੀਤਾ ਗਿਆ ਉਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਰਾਹੀਂ ਕੁਝ ਢਿੱਲ ਦਿੱਤੀ ਜਾਵੇਗੀ। ਕਿਹਨਾਂ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਓਨਟਾਰੀਓ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘਟੀ ਹੈ ਜਿਸ ਤੋਂ ਬਾਅਦ ਹੁਣ ਓਨਟਾਰੀਓ ਦੇ ਵਿੱਚ ਜੋ ਲੰਬੇ ਸਮੇਂ ਤੋਂ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਜਾਣੀ ਇਸ ਪਹਿਲੇ ਪੜਾਅ ਦੀ ਸ਼ੁਰੂਆਤ ਜੂਨ 11 ਤੋਂ ਹੋਵੇਗੀ। 60% ਓਨਟਾਰੀਓ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਹਸਪਤਾਲ ਦੇ ਵਿੱਚ ਮਾਮਲੇ ਘਟਣ ਲੱਗੇ ਨੇ। ਪੋਜ਼ਿਟਿਵਿਟੀ ਰੇਟ ਦੇ ਵਿੱਚ ਵੀ ਗਿਰਾਵਟ ਦੇਖੀ ਗਈ ਹੈ। ਇਸ ਤੋਂ ਬਾਅਦ ਹੁਣ ਰੀਓਪਨਿੰਗ ਪਲਾਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਪੜਾਅ ਦੇ ਤਹਿਤ ਬਾਹਰ ਕੀਤੇ ਜਾਣ ਵਾਲੇ ਇਕੱਠ ਜਾਣੀ ਕਿ ਆਊਟਡੋਰ ਗੈਦਰਿੰਗ ਦੇ ਵਿੱਚ 10 ਜਾਣੇ ਸ਼ਾਮਿਲ ਹੋ ਸਕਣਗੇ। ਆਊਟਡੋਰ ਡਾਈਨਿੰਗ ਦੀ ਇਜਾਜ਼ਤ ਹੋਵੇਗੀ ਜਿਸ ਦੇ ਵਿੱਚ ਟੇਬਲ ਦੇ ਉੱਪਰ 4 ਜਾਣੇ ਬਹਿ ਸਕਣਗੇ। ਐਸੈਂਸ਼ੀਅਲ ਰਿਟੇਲ ਦੇ ਵਾਸਤੇ 25% ਦੀ ਕੈਪੈਸਿਟੀ ਦੀ ਇਜਾਜ਼ਤ ਹੋਵੇਗੀ। ਨਾਨ ਐਸੈਂਸ਼ੀਅਲ ਰਿਟੇਲ 15% ਦੀ ਕੈਪੈਸਿਟੀ ਦੇ ਨਾਲ ਸ਼ੁਰੂ ਹੋ ਸਕੇਗੀ। ਆਊਟਡੋਰ ਰਿਲੀਜੀਅਸ ਸਰਵਿਸਿਜ਼ ਜਾਣੀ ਕਿ ਧਾਰਮਿਕ ਸਮਾਗਮਾਂ ਦੀ ਇਜਾਜ਼ਤ ਹੋਵੇਗੀ। ਇਸ ਦੌਰਾਨ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇਗਾ। ਆਊਟਡੋਰ ਸਪੋਰਟਸ ਟ੍ਰੇਨਿੰਗ ਐਂਡ ਪਰਸਨਲ ਟ੍ਰੇਨਿੰਗ ਦੇ ਵਿੱਚ 10 ਜਾਣੇ ਸ਼ਾਮਿਲ ਹੋ ਸਕਣਗੇ। ਡੇ ਕੈਂਪ ਖੋਲੇ ਜਾ ਰਹੇ ਨੇ। ਕੈਂਪ ਸਾਈਟ ਅਤੇ ਕੈਂਪ ਗਰਾਊਂਡਸ ਵੀ ਖੋਲੀਆਂ ਜਾਣਗੀਆਂ। ਓਨਟਾਰੀਓ ਪਾਰਕ ਖੋਲ੍ਹਣ ਦੀ ਵੀ ਇਜਾਜ਼ਤ ਹੋਵੇਗੀ। ਆਊਟਡੋਰ ਹਾਰਸ ਰੇਸਿੰਗ ਅਤੇ ਮੋਟਰ ਸਪੀਡਵੇਜ਼ ਇਸ ਸਭ ਦੀ ਵੀ ਇਜਾਜ਼ਤ ਹੋਵੇਗੀ।
ਇਸ ਪੜਾਅ ਦੇ ਤਹਿਤ ਆਊਟਡੋਰ ਪੂਲ, ਸਪਲੈਸ਼ ਪੈਡਸ ਅਤੇ ਵੈਡਿੰਗ ਪੂਲਸ ਦੀ ਵੀ ਆਗਿਆ ਦਿੱਤੀ ਗਈ ਹੈ। ਓਨਟਾਰੀਓ ਤੋਂ ਹੁਣ ਘੱਟ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ। ਓਨਟਾਰੀਓ ਦੇ ਵਿੱਚ ਵੀ ਕਰੋਨਾ ਮਾਮਲਿਆਂ ਦੀ ਰਫ਼ਤਾਰ ਘੱਟ ਹੋਣ ਲੱਗੀ ਹੈ। ਕਿਊਬੈਕ ਤੋਂ ਵੀ ਹੁਣ ਰੋਜ਼ਾਨਾ ਜੋ ਮਾਮਲੇ ਸਾਹਮਣੇ ਆ ਰਹੇ ਸੀ ਉਸ ਤੋਂ ਘੱਟ ਮਾਮਲੇ ਰਿਕਾਰਡ ਕੀਤੇ ਗਏ ਨੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਵਿੱਚ ਕੀ ਕਰੋਨਾ ਵਾਇਰਸ ਦੇ ਹਾਲਾਤ ਨੇ, ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਦੇ ਵਿੱਚ ਰੀਓਪਨਿੰਗ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 525 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਦੇ ਵਿੱਚ ਹੁਣ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘੱਟ ਹੋ ਰਹੀ ਹੈ। ਪ੍ਰੋਵਿੰਸ ਦੇ ਵਿੱਚ 7,937 ਦੇ ਕਰੀਬ ਇਸ ਸਮੇਂ ਐਕਟਿਵ ਕਰੋਨਾ ਵਾਇਰਸ ਦੇ ਮਾਮਲੇ ਹਨ। 497 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ। ਇਸ ਦੇ ਵਿੱਚ 31 ਉਹ ਵੀ ਮਰੀਜ਼ ਨੇ ਜਿਨ੍ਹਾਂ ਨੂੰ ਮੈਨੀਟੋਬਾ ਤੋਂ ਟ੍ਰਾਂਸਫਰ ਕੀਤਾ ਗਿਆ। ਮਿਨਿਸਟਰੀ ਆਫ ਹੈਲਥ ਵੱਲੋਂ ਜਾਣਕਾਰੀ ਦਿੱਤੀ ਗਈ ਕਿ 24 ਘੰਟਿਆਂ ਦੌਰਾਨ 5 ਜਾਣਿਆਂ ਦੀ ਇਸ ਵਾਇਰਸ ਦੇ ਕਾਰਨ ਜਾਨ ਗਈ ਹੈ, ਜਿਸ ਦੇ ਨਾਲ ਹੁਣ ਤੱਕ ਦਾ ਪ੍ਰੋਵਿੰਸ ਦੇ ਵਿੱਚ ਮੌਤਾਂ ਦਾ ਅੰਕੜਾ 8,869 ਹੋ ਗਿਆ। ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 194 ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 3 ਮੌਤਾਂ ਇਸ ਵਾਇਰਸ ਦੇ ਕਾਰਨ ਰਿਕਾਰਡ ਹੋਈਆਂ ਨੇ। ਹੁਣ ਤੱਕ ਸੂਬੇ ਦੇ ਵਿੱਚ 3,71,960 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਹੁਣ ਤੱਕ 11,152 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ। ਹਸਪਤਾਲ ਦੇ ਵਿੱਚ 265 ਦੇ ਕਰੀਬ ਮਰੀਜ਼ ਨੇ, ਜਿਨ੍ਹਾਂ ਵਿੱਚੋਂ 58 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 66% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ। ਮੈਨੀਟੋਬਾ ਦੇ ਵਿੱਚ 2 ਮੌਤਾਂ ਦਾ ਕਾਰਨ ਅਲਫਾ ਵੇਰੀਐਂਟ ਬਣਿਆ ਹੈ। 24 ਘੰਟਿਆਂ ਦੌਰਾਨ 169 ਕਰੋਨਾ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 3,962 ਐਕਟਿਵ ਮਾਮਲੇ ਨੇ। ਕੁੱਲ 52,919 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 13.9 ਮਿਲੀਅਨ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 25,747 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.4 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਅਮਰੀਕਾ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਫਲੋਰੀਡਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਗ੍ਰੈਜੂਏਸ਼ਨ ਪਾਰਟੀ ਦੇ ਵਿੱਚ ਗੋਲੀਬਾਰੀ ਹੋਈ ਹੈ। ਇਸ ਘਟਨਾ ਦੇ ਵਿੱਚ 3 ਦੀ ਜਾਨ ਚਲੀ ਗਈ ਅਤੇ 6 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਇਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਫਲੋਰੀਡਾ ਤੋਂ ਸਾਹਮਣੇ ਆਇਆ ਜਿੱਥੇ ਗ੍ਰੈਜੂਏਸ਼ਨ ਪਾਰਟੀ ਦੇ ਵਿੱਚ ਗੋਲੀਬਾਰੀ ਹੋਈ। ਇਸ ਦੌਰਾਨ 3 ਜਾਣਿਆਂ ਦੀ ਜਾਨ ਚਲੀ ਗਈ ਅਤੇ 6 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਅਮਰੀਕਾ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਫਲੋਰੀਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਗੋਲੀਬਾਰੀ ਦੇ ਵਿੱਚ 3 ਜਾਣਿਆਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ 6 ਜਾਣੇ ਇਸ ਕਾਰਨ ਜ਼ਖਮੀ ਹੋਏ ਨੇ। ਇਹਨਾਂ ਮਰਨ ਵਾਲਿਆਂ ਚੋਂ ਇੱਕ ਸਟੇਟ ਕਰੈਕਸ਼ਨਸ ਆਫੀਸਰ ਦੱਸਿਆ ਗਿਆ। ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਪਾਰਟੀ ਸਟ੍ਰਿਪ ਮਾਲ ਲਾਉਂਜ ਦੇ ਵਿੱਚ ਹੋ ਰਹੀ ਸੀ। ਜਦੋਂ ਇਹ ਪਾਰਟੀ ਖਤਮ ਹੋਣ ਵਾਲੀ ਸੀ ਤਾਂ ਅਚਾਨਕ ਇੱਕ ਵਾਹਨ ਆਇਆ ਜਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਕੈਂਡਲ ਦੇ ਵਿੱਚ 2 ਵਜੇ ਦੇ ਕਰੀਬ ਦੀ ਦੱਸੀ ਗਈ। ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਵਿੱਚੋਂ 2 ਜਾਣੇ ਗੋਲੀਬਾਰੀ ਦੇ ਵਿੱਚ ਇਨਵੋਲਵ ਸਨ, ਪਰ ਅਜੇ ਇਸ ਦੇ ਬਾਰੇ ਕੋਈ ਵੀ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਤੋਂ ਪਹਿਲਾਂ ਐਤਵਾਰ ਵਾਲੇ ਦਿਨ ਵੀ ਗੋਲੀਬਾਰੀ ਹੋਈ ਜਿਸ ਦੇ ਵਿੱਚ 20 ਜਾਣੇ ਜ਼ਖਮੀ ਅਤੇ 3 ਜਾਣਿਆਂ ਦੀ ਜਾਨ ਚਲੀ ਗਈ ਸੀ। ਇਸ ਮਾਸ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਅਜੇ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 28 ਮਈ ਨੂੰ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਗੋਲੀਬਾਰੀ ਦੇ ਵਿੱਚ ਇੱਕ ਦੀ ਜਾਨ ਚਲੀ ਗਈ ਅਤੇ 6 ਜਾਣੇ ਜ਼ਖਮੀ ਹੋਏ। ਤੇ ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗ੍ਰੈਜੂਏਸ਼ਨ ਪਾਰਟੀ ਜੋ ਕਿ ਫਲੋਰੀਡਾ ਦੇ ਵਿੱਚ ਹੋ ਰਹੀ ਸੀ ਉਸ ਦੇ ਵਿੱਚ ਸ਼ੂਟਿੰਗ ਹੋਈ, ਜਾਣੀ ਕਿ ਗੋਲੀਬਾਰੀ ਹੋਈ, ਜਿਸ ਦੇ ਕਾਰਨ 3 ਜਾਣਿਆਂ ਦੀ ਜਾਨ ਚਲੀ ਗਈ ਅਤੇ 6 ਜਾਣੇ ਜ਼ਖਮੀ ਹੋਏ। ਕੈਨੇਡਾ ਨੂੰ ਇਸ ਹਫ਼ਤੇ ਵੈਕਸੀਨ ਦੀਆਂ ਕਿੰਨੀਆਂ ਡੋਜ਼ ਮਿਲਣ ਵਾਲੀਆਂ ਨੇ, ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਨੂੰ ਇਸ ਹਫ਼ਤੇ ਫਾਈਜ਼ਰ ਵੱਲੋਂ ਵੈਕਸੀਨ ਭੇਜੇ ਜਾਣਗੇ ਪਰ ਮੋਡਰਨਾ ਵੱਲੋਂ ਇਸ ਹਫ਼ਤੇ ਟੀਕੇ ਨਹੀਂ ਭੇਜੇ ਜਾਣਗੇ। ਜਾਣਕਾਰੀ ਦੇ ਮੁਤਾਬਕ ਫਾਈਜ਼ਰ ਵੱਲੋਂ ਕੈਨੇਡਾ ਨੂੰ 2 ਮਿਲੀਅਨ ਤੋਂ ਵੱਧ ਵੈਕਸੀਨ ਇਸ ਹਫ਼ਤੇ ਭੇਜੀ ਜਾਵੇਗੀ। ਕੈਨੇਡਾ ਨੂੰ ਇਸ ਹਫ਼ਤੇ ਫਾਈਜ਼ਰ ਫਾਰਮਾਸਿਊਟੀਕਲ ਕੰਪਨੀ ਤਾਂ ਵੈਕਸੀਨ ਭੇਜੇਗੀ ਪਰ ਮੋਡਰਨਾ ਵੱਲੋਂ ਕੋਈ ਵੀ ਟੀਕੇ ਨਹੀਂ ਭੇਜੇ ਜਾਣਗੇ। ਇਸ ਹਫ਼ਤੇ ਕੈਨੇਡਾ ਨੂੰ ਫਾਈਜ਼ਰ ਵੱਲੋਂ 2.4 ਮਿਲੀਅਨ ਡੋਜ਼ਸ ਭੇਜੀਆਂ ਜਾਣਗੀਆਂ ਪਰ ਮੋਡਰਨਾ ਵੱਲੋਂ ਕੋਈ ਵੀ ਵੈਕਸੀਨ ਇਸ ਹਫ਼ਤੇ ਨਹੀਂ ਭੇਜਿਆ ਜਾਵੇਗਾ। ਕੈਨੇਡਾ ਦੇ ਵਿੱਚ ਹੁਣ ਦੂਸਰੀ ਡੋਜ਼ ਲਗਾਉਣ ਦੇ ਵਾਸਤੇ ਅਪਾਇੰਟਮੈਂਟ ਵੱਖ-ਵੱਖ ਥਾਵਾਂ ਦੇ ਉੱਪਰ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਫਾਈਜ਼ਰ ਵੱਲੋਂ ਵਾਅਦੇ ਅਨੁਸਾਰ ਵੈਕਸੀਨ ਡੋਜ਼ ਭੇਜੀਆਂ ਜਾ ਰਹੀਆਂ ਨੇ। ਪਿਛਲੇ ਹਫ਼ਤੇ ਮੋਡਰਨਾ ਵੱਲੋਂ 5 ਲੱਖ ਡੋਜ਼ਸ ਭੇਜੀਆਂ ਗਈਆਂ
ਤੇ ਹੁਣ ਅਗਲੇ ਹਫ਼ਤੇ ਮਾਡਰਨਾ ਵੱਲੋਂ 1.5 ਮਿਲੀਅਨ ਸ਼ਾਟਸ ਭੇਜੇ ਜਾਣੇ ਬਾਕੀ ਹਨ, ਜੋ ਕਿ ਅਗਲੇ ਹਫ਼ਤੇ ਕੈਨੇਡਾ ਨੂੰ ਭੇਜੇ ਜਾਣਗੇ। ਜੂਨ ਦੇ ਆਖਿਰ ਤੱਕ ਓਟਵਾ ਵੱਲੋਂ ਆਕਸਫੋਰਡ ਐਸਟ੍ਰਾਜੈਨੇਕਾ ਦੀ 1 ਮਿਲੀਅਨ ਡੋਜ਼ਸ ਐਕਸਪੈਕਟ ਕੀਤੀਆਂ ਜਾ ਰਹੀਆਂ ਨੇ। ਕੈਨੇਡਾ ਨੂੰ ਜੌਨਸਨ ਵੈਕਸੀਨ ਦਾ ਜੋ ਬੈਚ ਮਿਲਿਆ ਉਸ ਦੇ ਬਾਰੇ ਅਜੇ ਵੀ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਜੌਨਸਨ ਵੱਲੋਂ 3 ਲੱਖ ਸ਼ਾਟਸ ਕੈਨੇਡਾ ਨੂੰ ਭੇਜੇ ਗਏ ਸਨ, ਜਿਸ ਦੇ ਉੱਪਰ ਅਜੇ ਵੀ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਵਿੱਚ 60% ਆਬਾਦੀ ਤੋਂ ਵੱਧ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਟਰੂਡੋ ਦਾ ਯਾਤਰਾ ਬਾਰੇ ਐਲਾਨ, ਕੈਨੇਡਾ ਦੇ ਵਿੱਚ ਦਾਖਲੇ ਦੀ ਜਲਦ ਹੀ ਮਿਲ ਸਕਦੀ ਹੈ ਇਜਾਜ਼ਤ। ਸੜਕ ਹਾਦਸੇ ਦੇ ਵਿੱਚ 4 ਜਾਣਿਆਂ ਦੀ ਮੌਤ, ਮੁਸਲਮਾਨ ਹੋਣ ਤੇ ਬਣਾਇਆ ਗਿਆ ਨਿਸ਼ਾਨਾ। ਕੈਨੇਡਾ ਦੇ ਵਿੱਚ ਵਾਪਰੇ ਸੜਕ ਹਾਦਸੇ, ਇਹਨਾਂ ਸੜਕ ਹਾਦਸਿਆਂ ਦੇ ਵਿੱਚ 2 ਦੀ ਮੌਤ ਤੇ 2 ਜਾਣੇ ਜ਼ਖਮੀ। 2 ਡੋਜ਼ ਲਗਵਾਉਣ ਵਾਲਿਆਂ ਨੂੰ ਰਾਹਤ, ਹੁਣ ਯਾਤਰਾ ਸੰਬੰਧੀ ਮਿਲੇਗੀ ਢਿੱਲ। ਕੈਨੇਡਾ ਨੇ ਭਾਰਤ ਦੇ ਨਾਲ ਕੀਤੀਆਂ ਉਡਾਨਾਂ ਬੰਦ, ਭਾਰਤੀਆਂ ਨੇ ਕੈਨੇਡਾ ਜਾਣ ਦਾ ਲੱਭਿਆ ਨਵਾਂ ਰਾਹ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੱਲੀਆਂ ਗੋਲੀਆਂ, 1 ਬੱਚੇ ਸਮੇਤ 2 ਜਾਣੇ ਜ਼ਖਮੀ। ਕੈਨੇਡਾ ਦੀ 에ਅਰਲਾਈਨ ਨੇ ਕੀਤਾ ਐਲਾਨ, ਕੰਪਨੀ ਮੋੜੇਗੀ 2020 ਵਾਲਾ ਬੋਨਸ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।